गिनती की किताब ਉਹਦਾ 5 ਅਧਿਆਏ 21 ਅਧਿਆਏ ਦੀ ਪਹਿਲੀ ਵਰਸ ਸੋ ਪਰਜਾ ਯਹੋਵਾ ਦੇ ਵਿਰੁੱਧ ਮੌਕਾ ਸੀਗਾ ਕਿ ਪ੍ਰਜਾ ਜਿਹੜਾ ਇਸਰਾਇਲੀ ਕੌਮ ਸੀਗੀ ਉਹਨਾਂ ਨੂੰ ਆਪਣੇ ਆਪ ਤੇ ਵੀ ਪਤਾ ਨਹੀਂ ਸੀਗਾ, ਰੱਬ ਤੇ ਵੀ ਯਕੀਨ ਨਹੀਂ ਸੀਗਾ। ਰੱਬ ਤੇ ਜਿਨ੍ਹਾਂ ਜੋ ਕੁਛ ਪਰਮੇਸ਼ਵਰ ਨੇ ਉਹਨਾਂ ਨਾਲ ਕੀਤਾ ਸੀਗਾ उन पर विश्वास नहीं करते, जिन्होंने परमेश्वर ने मिस्र को लंबी बाह करके गुलामी तो आज़ाद किया, लाल समुद्र सिखा के अगले पासे लगा के लै आंदा, दिन नूं बदला थम रात नूं अग दा थम बन जाता सीगा अते फिर भी उन्होंने परमेश्वर के जोग वडियाई ना की। अपने मन दियां धुसा, अपने मन के ख्याल, अपने मन दी गल्लां करदे जिवें अज भी कई लोग रब के सेवकों के बरखलाफ बोलते ना, सेवकों के बरखलाफ बोलते आ, की करते ने, दूसरा की करता वा, तीसरा की करता वा। अते इस्राएली कौम भी परमेश्वर के बरखलाफ अते मूसा के बरखलाफ बोलना पी अते परमेश्वर कभी बर्दाश्त कर नहीं सकता। हालेलुया 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 हालेलुया। पढ़िए की होया फिर ਸੋ ਪਰਜਾ ਯਹੋਵਾ ਦੇ ਵਿਰੁੱਧ प्रजा परमेश्वर के विरुद्ध ਅਤੇ मूसा ਦੇ ਵਿਰੁੱਧ ਬੋਲੀ, ਅਤੇ मूसा के विरुद्ध बोली, ਭਾਈ ਤੁਸੀਂ ਕਿਉਂ ਸਾਨੂੰ ਮਿਸਰ ਤੋਂ ਉਤਾਹ ਲਿਆ ਹੈ क्यों मिस्र तो ले आंदा वा ਤਾਂ ਜੋ ਅਸੀਂ ਉਜਾੜ ਵਿੱਚ ਮਰੀਏ। ਤਾਂ ਅਜ਼ਾੜ ਵਿੱਚ ਮਰ ਜਾਈਏ। ਇੱਥੇ ਨਾ ਰੋਟੀ ਹੈ ਇੱਥੇ ਨਾ ਰੋਟੀ ਆ ਨਾ ਪਾਣੀ ਹੈ, ਨਾ ਪਾਣੀ ਆ। ਸਾਡੀਆਂ ਜਾਨਾਂ ਇਸ ਨਕਮੀ ਰੋਟੀ ਤੋਂ ਅੱਕ ਗਈਆਂ ਹਨ। ਸੁਣ ਲਓ ਗੱਲਾਂ ਇਹ ਉੱਠੋ, ਜਿਹੜੀ ਰੋਟੀ ਆਕਾਸ਼ ਦੇ ਸੁਰਗਦੂਤ ਖਾਂਦੇ ਸੀਗੇ ਉਹ ਰੋਟੀ ਮਨੁੱਖਾਂ ਨੇ ਖਾਧੀ। ਜੇ ਸੁਰਗਦੂਤ ਖਾਂਦੇ ਸੀ ਉਹ ਕਿਹਨਾਂ ਖਾਧੀ? ਮਨੁੱਖਾਂ ਨੇ ਖਾਧੀ। ਕਹਿੰਦੇ ਅਸੀਂ ਅੱਕ ਗਏ ਆ। ਮੇਰੇ ਅਜ਼ੀਜ਼ੋ, ਅੱਜ ਵੀ ਕਲਾਮ ਸੁਣਨਾ, ਮੈਂ ਪਿਛਲੀ ਗੱਲ ਕਰਕੇ ਕਿਹਾ ਦੁਆ ਕਰਨਾ ਸਾ, ਮੈਂ ਇੱਕ ਵਚਨ ਸੀਗਾ ਕਿਹੜੀ ਬੋਲਿਆ, ਸਾਡੀਆਂ ਪ੍ਰਾਰਥਨਾ 'ਚ ਰੁਕਾਵਟਾਂ ਕਿਉਂ ਪੈਂਦੀਆਂ ਨੇ? ਅਸੀਂ ਪ੍ਰਾਰਥਨਾ ਕਰਦੇ ਆ, ਸਾਡੀਆਂ ਪ੍ਰਾਰਥਨਾ 'ਚ ਰੁਕਾਵਟਾਂ ਕਿਉਂ ਪੈਂਦੀਆਂ ਨੇ? ਮੇਰੇ ਅਜ਼ੀਜ਼ੋ, ਜਿਵੇਂ ਕਿ ਹਰ ਇੱਕ ਇਨਸਾਨ ਦੁਆ ਕਰਦਾ ਵਾ ਕਿ ਬੇਨਤੀ ਕਰਦਾ ਵਾ, ਖੁਦਾ ਮੇਰੀ ਬੇਨਤੀ ਸੁਣ, ਅਤੇ ਪਰਮੇਸ਼ਵਰ ਨੇ ਵੀ ਕਿਹਾ ਵਾ ਤੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦੇ ਦੇਵਾਂਗਾ। ਹਾਂ, ਮੈਂ ਤੇਰੀ ਹਰ ਗੱਲ ਸੁਣਦਾ, ਮੈਂ ਤੇਰੇ ਅੰਗ ਤੇ ਸੰਗ ਹੈਗਾ ਵਾ, ਇੱਥੋਂ ਤੱਕ ਕਿ ਮੈਂ ਯੁੱਗ ਦੇ ਅੰਤ ਤੱਕ ਤੇਰੇ ਕੀ ਹੈਗਾ ਵਾ ਨਾਲ ਆ। ਤਾਂ ਫਿਰ ਸਾਡੀ ਪ੍ਰਾਰਥਨਾ 'ਚ ਰੁਕਾਵਟਾਂ ਕਿਉਂ ਪੈਂਦੀਆਂ ਨੇ? ਤਾਂ ਮੇਰੇ ਅਜ਼ੀਜ਼ੋ, ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਨ੍ਹਾਂ ਦੇ ਕਾਰਨ ਸਾਡੀ ਪ੍ਰਾਰਥਨਾ 'ਚ ਰੁਕਾਵਟਾਂ ਪੈਂਦੀਆਂ ਨੇ। ਪਹਿਲੀ ਗੱਲ, ਸਾਡੇ ਅੰਦਰ ਪਾਪ ਹੈਗਾ ਵਾ। ਕੀ ਹੈਗਾ ਸਾਡੇ ਅੰਦਰ? ਪਾਪ ਹੈਗਾ ਵਾ। ਪਾਪ ਦੇ ਕਾਰਨ ਸਾਡੀਆਂ ਪ੍ਰਾਰਥਨਾ ਰੁਕ ਜਾਂਦੀਆਂ ਨੇ। ਜਿਵੇਂ ਕਿ ਲਿਖਿਆ ਵਾ ਯਸ਼ਾਇਆ ਨਬੀ ਦੀ ਪੋਥੀ ਉਹਦਾ 59 ਅਧਿਆਏ ਉਹਦੀ ਦੂਸਰੀ ਵਰਸ ਵਿੱਚ ਬੜੇ ਵਿਸਥਾਰ ਨਾਲ ਲਿਖਿਆ ਵਾ, ਤੁਹਾਡੀਆਂ ਬਦੀਆਂ ਨੇ ਪਰਮੇਸ਼ਵਰ ਵਿੱਚ ਅਤੇ ਸਾਡੇ ਵਿੱਚ ਇੱਕ ਦੀਵਾਰ ਖੜੀ ਕੀਤੀ ਆ। ਉਹ ਪਾਪ ਦੇ ਕਾਰਨ ਦੀਵਾਰ ਖੜੀ ਆ, ਇਹ ਪਾਪ ਦੇ ਕਾਰਨ ਸਾਡੀਆਂ ਪ੍ਰਾਰਥਨਾ ਸੁਣੀਆਂ ਨਹੀਂ ਜਾਂਦੀਆਂ। ਹਾਲੇਲੂਇਆ ਹਾਲੇਲੂਇਆ। ਦਾਊਦ ਪਰਮੇਸ਼ਰ ਦਾ ਦਾਸ ਕਹਿੰਦਾ ਵਾ 66 ਜ਼ਬੂਰ ਦੇ ਵਿੱਚ ਉਹਦੀ 18 ਵਰਸ ਵਿੱਚ ਲਿਖਦਾ ਵਾ, ਕਹਿੰਦਾ ਜੇ ਮੈਂ ਆਪਣੇ ਮਨ 'ਚ ਬਦੀ ਰੱਖਦਾ ਨਾ ਤਾਂ ਖੁਦਾ ਮੇਰੀ ਨਾ ਸੁਣਦਾ। ਹਾਲੇਲੂਇਆ ਹਾਲੇਲੂਇਆ। ਜੇ ਮੈਂ ਆਪਣੇ ਮਨ 'ਚ ਕੀ ਰੱਖਦਾ? ਬਦੀ ਰੱਖਦਾ ਤੇ ਪਰਮੇਸ਼ਰ ਮੇਰੀ ਨਾ ਸੁਣਦਾ। ਕਿ ਇੱਥੇ ਲਿਖਿਆ ਵਾ ਗਿਣਤੀ ਦੀ ਕਿਤਾਬ ਦੇ ਅੰਦਰ ਕਿ ਉਹ ਲੋਕ ਪ੍ਰਜਾ ਜਿਹੜੀ ਸੀ ਪਰਮੇਸ਼ਰ ਦੇ ਖਿਲਾਫ ਅਤੇ ਮੂਸਾ ਦੇ ਖਿਲਾਫ ਬੋਲੀ ਅਤੇ ਕੀ ਹੋਇਆ ਫਿਰ? ਭਾਈ ਯਹੋਵਾ ਨੇ ਪਰਜਾ ਵਿੱਚ ਤਾਂ ਪਰਮੇਸ਼ਵਰ ਨੇ ਪ੍ਰਜਾ ਦੇ ਵਿੱਚ ਅਗਨੀ ਸੱਪ ਕੱਲੇ, ਅਗਨੀ ਸੱਪ ਭੇਜਤੇ। ਕੀ ਭੇਜਤੇ? ਅਗਨੀ ਸੱਪ। ਅਗਨੀ ਸੱਪ ਭੇਜਤੇ, ਸਜ਼ਾ ਦਿੱਤੀ। ਅਗਨੀ ਸੱਪ ਮੂੰਹ ਚੋਂ ਅੱਗ ਨਿਕਲਦੀ ਸੀਗੀ, ਜੇ ਮੂੰਹ ਚੋਂ ਅੱਗ ਨਿਕਲਦੀ ਸੀਗੀ ਅਤੇ ਲੋਕਾਂ ਨੂੰ ਖਾਂਦੀ ਸੀਗੀ। ਲਿਖਿਆ ਬਾਣੀ 'ਚ ਬਹੁਤ ਸਾਰੇ ਲੋਕ ਸੱਪਾਂ ਨਾਲ ਕੀਤੇ ਗਏ, ਦੱਸੇ ਗਏ। ਬਹੁਤ ਸਾਰੇ ਲੋਕ ਸੱਪਾਂ ਨਾਲ ਕੀਤੇ ਗਏ, ਦੱਸੇ ਗਏ, ਮਾਰੇ ਗਏ, ਖਤਮ ਹੋ ਗਏ। ਅਤੇ ਫਿਰ ਤੋਂ ਅੱਧਿਓਂ ਵੱਧ ਮਰ ਕੇ ਫਿਰ ਦੁਹਾਈ ਦੇਣ ਲੱਗ ਪਏ, ਮੂਸਾ ਅਸਾਂ ਪਾਪ ਕੀਤਾ ਹੀ। ਅਸਾਂ ਕੀਤਾ ਪਾਪ। ਅਸਾਂ ਪਾਪ ਕੀਤਾ। ਕਦੋਂ ਉਹ ਆਖਿਆ? ਜਦੋਂ ਅੱਧੇ ਬਹੁਤਾਂ 'ਚ ਲਿਖਿਆ ਵਾ, ਜਦ ਤੇਰਾ ਦੇਹ ਤੇ ਤੇਰੀ ਮਾਸ ਇੱਥੋਂ ਮਿਟ ਜਾਵੇਗਾ ਅਤੇ ਤੂੰ ਫਿਰ ਆਖਰ ਨੂੰ ਰੋਵੇਂਗਾ। ਕਿਦੋਂ ਰੋਵੇਂਗਾ? ਆਖਰ ਨੂੰ ਰੋਵੇਂਗਾ। ਅਤੇ ਇਹ ਲੋਕ ਕਦੋਂ ਰੋਣ ਲੱਗੇ?
जो अद्धे खत्म हो गए कहते असा कीता वा पाप कीता वा हालेलुया 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 असा कीता वा पाप कीता वा मेरे अजीजो परमेश्वर दे कलाम ਸਾਨੂੰ ਸਿਖਾਉਂਦਾ ਵਾ ਉਤਮ ਦੀ ਕਿਤਾਬ ਦੇ ਵਿੱਚ मूसा परमेश्वर ਦਾ वचन ਸਿਖਾਉਂਦਾ ਉਤਮ 3 ਅਧਿਆਏ ਉਹਦੀਆਂ ਪਹਿਲੀਆਂ ਵਰਸਾਂ 'ਚ ਲਿਖਿਆ ਵਾ ਸਭ ਜੰਗਲੀ ਜਾਨਵਰਾਂ ਨਾਲੋਂ ਸੁਣੀਏ ਧਿਆਨ ਨਾਲ ਪਾਪ ਕਿੱਥੋਂ ਆ ਗਿਆ ਪਾਪ ਕਿਉਂ ਆਇਆ ਤੇ ਕਿੱਥੋਂ ਆਇਆ ਇਸ ਗੱਲ ਦੀ ਜਾਣਕਾਰੀ ਅਸੀਂ ਕਰ ਸਕਦੇ ਹਾਂ ਪਾਪ ਸਾਡੀਆਂ ਗਲਤੀਆਂ ਦੇ ਕਾਰਨ ਹੀ ਪਾਪ ਆਇਆ ਨਾ ਹੁਕਮ ਮੰਨਣਾ ਕੀ ਆਇਆ ਪਾਪ ਆਇਆ ਸਭ ਜੰਗਲੀ ਜਾਨਵਰਾਂ ਨੂੰ ਕੀ ਸੀਗਾ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਵਰ ਨੇ ਬਣਾਇਆ ਸੀ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਵਰ ਨੇ ਬਣਾਇਆ ਸੀਗਾ ਚਾਦਰ ਸੀ ਅਤੇ ਉਸਨੇ ਉਸ ਤੀਵੀ ਨੂੰ ਆਖਿਆ ਅਤੇ ਔਰਤ ਨੂੰ ਕਿਹਾ ਭਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਵਾ ਕਿ ਬਾਗ ਦੇ ਕਿਸੇ ਬ੍ਰਿਸ਼ ਤੋਂ ਤੁਸੀਂ ਨਾ ਖਾਓ ਕਿਸੇ ਬ੍ਰਿਸ਼ ਤੋਂ ਤੁਸੀਂ ਨਾ ਖਾਓ ਹਾਂਜੀ ਤੀਵੀ ਨੇ ਸੱਪ ਨੂੰ ਆਖਿਆ ਤੀਵੀ ਨੇ ਸੱਪ ਨੂੰ ਕਿਹਾ ਕਿ ਬਾਗ ਦੇ ਬਿਰਛਾਂ ਦੇ ਬ੍ਰਿਸ਼ਾਂ ਤੋਂ ਅਸੀਂ ਖਾਂਦੇ ਆ ਪਰ ਜੋ ਬਾਗ ਦੇ ਵਿਚਕਾਰ ਦਰਖਤ ਪਿਆ ਜਿਹੜਾ ਭਰੇ ਭਰੇ ਨਿਸ਼ਾਨ ਵਾਲਾ ਵਾ ਅਸੀਂ ਉਹਨੂੰ ਨਹੀਂ ਖਾਂਦੇ ਤਾਂ ਸੱਪ ਨੇ ਕਿਹਾ और सप ने तीवी ਨੂੰ ਆਖਿਆ ਸੱਪ ਨੇ ਤੀਵੀ ਨੂੰ ਕਿਹਾ ਕਿ ਤੁਸੀਂ ਕਦੇ ਨਾ ਮਰੋਗੇ ਕਦੇ ਨਾ ਮਰੋਗੇ ਜਿਸ ਦਿਨ ਤੁਸੀਂ ਖਾਓਗੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਕਿ ਭਲੇ ਬੁਰੇ ਦੇ ਸਿਆਣ ਕਰਨ ਵਾਲੇ ਬਣ ਜਾਓਗੇ ਉਹ ਉਹਦਾ ਦਰਖਤ ਫਲ ਸੀਗਾ ਉਹ ਗਿਆਨ ਦਾ ਦਰਖਤ ਸੀਗਾ ਕੀ ਸੀਗਾ ਗਿਆਨ ਕੀ ਸੀਗਾ ਗਿਆਨ ਦਾ ਦਰਖਤ ਸੀਗਾ ਇਹ ਨਹੀਂ ਸੋਚਣਾ ਗੱਲ ਕਿ ਪਰਮੇਸ਼ਵਰ ਉਤਨਾ ਗਿਆਨ ਨਹੀਂ ਦੇ ਸਕਦਾ उतना समझ नहीं दे सकता उतना अकल नहीं दे सकता वो उतना भी अकल दे सकता सीगा उतना भी ज्ञान दे सकता सीगा पर मेरे अजीजों जो परमेश्वर ने क्या वो आदम हवा ने मनिया नहीं पाप कीता अते पाप की मजदूरी की होगी मौत इन्हां लोगों ने भी कीता पाप कीता ता की होया अग्नि साप आ गए की हो जा बोलो फिर प्रजा ने मूसा को आण के आख्या प्रजा ने मूसा दे कोल आण के कहा असा पाप कीता वा जो ਅਸੀਂ ਤੇਰੇ ਵਿਰੁੱਧ ਅਤੇ ਯਹੋਵਾ ਦੇ ਵਿਰੁੱਧ ਬੋਲੇ ਯਹੋਵਾ ਦੇ ਵਿਰੁੱਧ ਬੋਲੇ ਆ ਹੁਣ ਯਹੋਵਾ ਅੱਗੇ ਬੇਨਤੀ ਕਰ ਖੁਦਾ ਅੱਗੇ ਬੇਨਤੀ ਕਰ ਕਿ ਉਹ ਸਾਥੋਂ ਇਹ ਸੱਪ ਮੋੜ ਲਵੇ ਸੱਪ ਸਾਥੋਂ ਚਲੇ ਜਾਣ ਇਹ ਸੱਪ ਸਾਥੋਂ ਚਲੇ ਜਾਣ ਹਾਂਜੀ ਸੋ मूसा ने प्रजा ਲਈ ਬੇਨਤੀ ਕੀਤੀ मूसा ने प्रजा वास्ते दुआ ਕੀਤੀ ਯਹੋਵਾ ਨੇ मूसा ਨੂੰ ਆਖਿਆ परमेश्वर ने मूसा ਨੂੰ ਕਿਹਾ ਆਪਣੇ ਲਈ ਇੱਕ ਅਗਨੀ ਸੱਪ ਬਣਾ ਆਪਣੇ ਲਈ ਇੱਕ ਅਗਨੀ ਸੱਪ ਤਿਆਰ ਕਰਕੇ ਉਹਨੂੰ ਡੰਡੇ ਤੇ ਕੀ ਕਰਦੇ ਰੱਖ ਦੇ ਅਤੇ ਜੋ ਕੋਈ ਉਹ ਸੱਪ ਦੇਖੇਗਾ ਅਤੇ ਉਹ ਸੱਪ ਦਾ ਦੱਸਿਆ ਹੋਇਆ ਉਹ ਸੱਪ ਨੂੰ ਦੇਖੇਗਾ ਤੇ ਉਹ ਬਚਾਇਆ ਹਾਲੇਲੂਇਆ 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 ਅਜੀਜ਼ੋ और सोड़ा डंडा सीगा कोई क्रॉस बन गया की बन गया एक क्रॉस जिस तरह मेरे सीसो वो सप के डसे हुए लोग वो सप वाल वेंदे सीगे वो डंडे के सप पिट्टल के सप नूं वेंदे सीगे वो लोग बचाए हुए सीगे असी बच्चन नूं देखदे आ बाणी नूं बड़े ध्यान नाल देखदे आ कि उस दुष्ट दा डंगिया होया उस नूं देख के बच जाना सीगा अज मेरे अजीजो जो यीशु मसीह सलीब के उत्ते आ हालेलुया हालेलुया सलीब वालिया साडा ध्यान सलीब वाल होना चाहिए वा यशायाह नबी दी पोथी उसका 53 अध्याय उसकी दूसरी वर्ष नूं बड़े ध्यान नाल देखांगे वो सलीब डंडा सीगा वो क्रॉस सलीब बन गया अते हुण असीं सलीब दिते होए प्रभु यीशु मसीह नूं देखदे हां तां मेरे सीसो उन्हें साडे वास्ते की कीता असां ਉਹਦੇ ਵਾਸਤੇ ਕੀਤਾ ਅੱਜ ਜਿਨੇ ਲੋਕ ਉਸ ਕ੍ਰੋਸ ਵੱਲ ਧਿਆਨ ਰੱਖਦੇ ਨੇ ਉਹਨਾਂ ਨੂੰ ਮੁਕਤੀ ਮਿਲਦੀ ਆ ਨਿਜਾਤ ਮਿਲਦੀ ਆ ਹਮੇਸ਼ਾ ਦੀ ਜ਼ਿੰਦਗੀ ਮਿਲਦੀ ਆ ਹਮੇਸ਼ਾ ਦਾ ਆਰਾਮ ਮਿਲਦਾ ਵਾ ਦੁੱਖਾਂ ਤੋਂ ਛੁਟਕਾਰਾ ਮਿਲਦਾ ਵਾ ਮੈਂ ਨਾਲ ਇੱਕ ਗੱਲ ਕੀਤੀ ਸੀਗੀ ਕਿ ਦੂਸਰਾ ਪੁਆਇੰਟ ਉਹਦੇ ਵਿੱਚ ਸੀਗਾ ਆਡੀਆਂ ਪ੍ਰਾਰਥਨਾ ਰੁਕੀਆਂ ਕਿਉਂ ਜਾਂਦੀਆਂ ਨੇ ਤੇ ਲਿਖਿਆ ਬਣ ਕੇ ਸੀ ਕਲਾਮ ਵੱਲ ਧਿਆਨ इस वचन में ध्यान नहीं देंगे लिखा जो विवस्था तो कन फेरदा वा कितो जो विवस्था तो कन फेरदा ते ओदी प्रार्थना नहीं कराउणी जेड़ा विवस्था तो कन फेरदा सुन तो ओदी प्रार्थना की हैगी आ कराउणी हैगी आ
ਤਦ ਹੀ ਪਰਮੇਸ਼ਰ ਨੇ ਯਹੋਸ਼ੂਆ ਨੂੰ ਕਿਹਾ ਸੀਗਾ, ਇਹ ਬਿਰਸਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ। ਹਾਲੇਲੂਇਆ ਹਾਲੇਲੂਇਆ। ਤਾਂ ਮੇਰੇ ਅਸੀਸੋ, ਅੱਜ ਜਿਹੜੇ ਆਪ ਪੜ੍ਹੇ ਨਹੀਂ ਗਏ, ਮੈਂ ਤਾਂ ਬੜੀ ਕੋਸ਼ਿਸ਼ ਕਰ ਰਿਹਾ ਵਾਂ ਬੱਚਿਆਂ ਨੂੰ ਸਿਖਾ ਰਹੇ ਆ ਕਿ ਬੱਚੇ ਆਪਣੇ ਮਾਂ-ਬਾਪ ਨੂੰ ਪੜ੍ਹ ਕੇ ਸਿਖਾਉਣ। ਬੱਚੇ ਆਪਣੇ ਮਾਂ-ਬਾਪ ਨੂੰ ਦੱਸਣ ਕਿ ਬਾਈਬਲ ਦੇ ਵਿੱਚ ਕੀ ਲਿਖਿਆ ਹੋਇਆ ਵਾ, ਕਿਉਂਕਿ ਹਰ ਬਾਈਬਲ ਸਾਡੇ ਕੋਲ ਸ਼ੀਸ਼ਾ ਵਾ। ਇਹ ਜ਼ਿੰਦਗੀ ਦੀ ਰੋਟੀ ਆ, ਜ਼ਿੰਦਗੀ ਦਾ ਪਾਣੀ ਆ, ਜੋ ਅਸੀਂ ਧਿਆਨ ਰੱਖਾਂਗੇ ਸੋ ਬਚਾਏ। ਹਾਲੇਲੂਇਆ ਹਾਲੇਲੂਇਆ। ਕੀ ਲਿਖਿਆ ਵਚਨ ਦੇ ਅੰਦਰੋਂ? ਉਹ ਤਾਂ ਕੁੰਬਲ ਵਾਂਗੂ। ਸੁਣੀਏ ਧਿਆਨ ਦੇ ਨਾਲ। ਉਹਨੇ ਸਾਡੇ ਵਾਸਤੇ ਕੀ ਕੀਤਾ? ਉਹਨੇ ਸਾਡੇ ਵਾਸਤੇ ਕੀ ਕੀਤਾ ਤੇ ਅਸਾਂ ਉਹਦੇ ਵਾਸਤੇ ਕੀ ਕੀਤਾ? ਉਹ ਤਾਂ ਕੁੰਬਲ ਵਾਂਗਰ ਉਹਦੇ ਅੱਗੇ ਅਤੇ ਸੁੱਕੀ ਧਰਤੀ ਵਿੱਚੋਂ, ਸੁੱਕੀ ਧਰਤੀ ਦੇ ਵਿੱਚੋਂ ਜੜ ਵਾਂਗੂ ਫੁੱਟ ਜੜ ਨਿਕਲਿਆ। ਵਾਂਗੂ ਫੁੱਟ ਕੇ ਬਾਹਰ ਨਿਕਲਿਆ। ਹਾਲੇਲੂਇਆ ਹਾਲੇਲੂਇਆ। ਨਾ ਕੋ ਉਹਦਾ ਰੂਪ ਤੇ ਨਾ ਕੋਈ ਰੂਪ ਸੀਗਾ। ਮੇਰੇ ਅਜ਼ੀਜ਼ੋ ਬੜੇ ਧਿਆਨ ਨਾਲ ਦੇਖੋ, ਉਹ ਪਿੱਤਲ ਦਾ ਸੱਪ ਤੇ ਇੱਥੇ ਪ੍ਰਭੂ ਯਿਸੂ ਮਸੀਹ ਸੀ ਕੇ ਵੇਖਦੇ ਹੋ। ਉਹ ਕਿਸੇ ਦਾ ਪਿੱਤਲ ਦਾ ਸੱਪ, ਜਿੰਨੇ ਉਹ ਸ਼ੈਤਾਨ ਦੇ ਡੰਗੇ ਸੀਗੇ, ਉਹਨੇ ਲੋਕਾਂ ਨੂੰ ਜਿਹੜੇ ਉਹਦੇ ਨਾਲ ਵੇਂਦੇ ਸੀਗੇ ਉਹਨੇ ਬਚਾਏ ਗਏ ਸੀਗੇ। ਅੱਜ ਮੇਰੇ ਅਜ਼ੀਜ਼ੋ, ਸਾਡੀ ਜ਼ਿੰਦਗੀ ਦੇ ਵਾਸਤੇ, ਸਾਨੂੰ ਬਚਾਓ ਦੇ ਵਾਸਤੇ ਪ੍ਰਭੂ ਯਿਸੂ ਮਸੀਹ ਸਲੀਬ ਉੱਤੇ ਚੜ੍ਹਿਆ। ਲਿਖਿਆ ਉਹ ਕੁੰਬਲ ਵਾਂਗ ਨਿਕਲਿਆ, ਨਾ ਉਹਦਾ ਰੂਪ ਕੇ ਨਾ ਕੀ ਸੀਗਾ, ਸਰੂਪ ਸੀ। ਮੇਰੇ ਅਜ਼ੀਜ਼ੋ, ਯਿਸੂ ਮਸੀਹ ਦੇ ਹੱਥਾਂ 'ਚ ਕਿੱਲ, ਪੈਰਾਂ 'ਚ ਕਿੱਲ ਠੋਕੇ ਸੀਗੇ, ਉਹਦੇ ਪਸਲੀ ਨੇਜਾ ਮਾਰਿਆ ਸੀਗਾ, ਸਿਰ ਤੇ ਕੰਡੇ ਦਾ ਤਾਜ ਸੀਗਾ, ਪਿੱਠ ਤੇ ਕੋੜੇ ਮਾਰੇ ਸੀਗੇ ਅਤੇ ਲਹੂ ਲਹਾਨ ਹੋਇਆ ਸੀਗਾ ਅਤੇ ਵੇਖਣ ਵਾਲਾ ਵੀ ਰਿਹਾ ਨਹੀਂ ਸੀਗਾ। ਉਹਦੇ ਅੰਦਰ ਕੋਈ ਵੇਖਣ ਵਾਲੀ ਗੱਲ ਨਹੀਂ ਸੀਗੀ। ਮੰਨ ਲਓ ਕਿਸੇ ਇਹਨੂੰ 5 7 10 ਬੱਚੀਆਂ ਹੋਣ ਨਾ, ਤੇ ਉਹ ਤਾਂ 6 ਬੱਚੇ ਹੁੰਦੇ, 6 ਵਰਗਾ ਮੂੰਹ ਬਣ ਜਾਂਦਾ ਵਾ। ਤੇ ਯਿਸੂ ਮਸੀਹ ਨੂੰ ਬੇਤਰਸੀ ਨਾਲ ਕੋੜੇ ਮਾਰੇ ਸੀ, ਬੇਤਰਸੀ ਨਾਲ ਪਿੰਡਾ ਨੰਗਾ ਕਰਕੇ ਅਮਨਾ ਬੰਨ ਕੇ ਕੀ ਮਾਰੇ ਸੀਗੇ, ਕੋੜੇ ਮਾਰੇ ਸੀ। ਅਤੇ ਇਹ ਨਹੀਂਗਾ ਪਤਾ ਕਿ ਇੱਕ ਥਾਂ 2 ਵੱਜ ਗਏ ਹੋਣਗੇ, 3 ਵੱਜ ਗਏ ਹੋਣਗੇ, 4 ਵੱਜ ਗਏ ਹੋਣਗੇ। ਮੇਰੇ ਸੀਸੋ, ਜਿਹੜਾ ਕੋੜਾ ਸੀਗਾ ਉਹ ਬਣਦਾ ਸੀਗਾ ਅਤੇ ਉਹ 9 ਰੱਸੀਆਂ ਮਿਲਾ ਕੇ ਉਹਨੂੰ ਗੰਢ ਕੇ ਵਿੱਚ ਬਲੇਡ ਫਿੱਟ ਕਰਦੇ ਸੀਗੇ। ਜਦ ਮਾਰਦੇ ਸੀਗੇ ਅਤੇ ਮਾਰ ਕੇ ਪਛਾਣ ਕੱਢਦੇ ਸੀਗੇ, ਨਾਲ ਹੀ ਖੂਨ ਤੇ ਨਾਲ ਹੀ ਮਾਸ ਮਾਰਾ ਜਾਂਦਾ ਹੈ। ਮੇਰੇ ਅਜ਼ੀਜ਼ੋ, ਦੇਖੀਏ ਧਿਆਨ ਦੇ ਨਾਲ। ਉਹਨਾਂ ਨੇ ਸੱਪ ਦੇਖਿਆ। ਅੱਜ ਅਸੀਂ ਯਿਸੂ ਮਸੀਹ ਵੱਲ ਦੇਖੀਏ, ਅਸੀਂ ਬੜੇ ਧਿਆਨ ਨਾਲ ਦੇਖੀਏ ਅਤੇ ਨਾਲ ਨਾਲ ਆਪਣੀ ਜ਼ਿੰਦਗੀ ਵੱਲ ਝਾਤ ਮਾਰੀਏ। ਕੀ ਮੇਰੀ ਜ਼ਿੰਦਗੀ ਯਿਸੂ ਮਸੀਹ ਨਾਲ ਮਿਲਦੀ ਆ ਕਿ ਨਹੀਂ ਮਿਲਦੀ? ਕਿ ਮੈਂ ਕੀ ਕਰਨ ਦਿਆ ਵਾਂ? ਉਹਨੇ ਮੇਰੇ ਵਾਸਤੇ ਕੀ ਕੀਤਾ ਵਾ ਤੇ ਮੈਂ ਉਹਦੇ ਵਾਸਤੇ ਕੀ ਕੀਤਾ? ਮੇਰੇ ਅਜ਼ੀਜ਼ੋ, ਅੱਜ ਅਸੀਂ ਦੇਖਦੇ ਹਾਂ ਕਈਆਂ ਵਾਸਤੇ ਪ੍ਰਭੂ ਵਾਸਤੇ ਟਾਈਮ ਹੀ ਹੈ ਨਹੀਂ, ਹੈ ਨਾ। ਕਈਆਂ ਦੇ ਕੋਲ ਖੁਦਾ ਦੇ ਵਾਸਤੇ ਕੀ ਨਹੀਂਗਾ, ਟਾਈਮ ਹੀ ਹੈ ਨਹੀਂਗਾ। ਪਰ ਮੇਰੇ ਸੀਸੋ, ਇੱਕ ਦਿਨ ਮਨੁੱਖ ਨੂੰ ਟਾਈਮ ਮਿਲ ਜਾਵੇਗਾ ਜਦ 4 ਬੰਦੇ ਚੁੱਕ ਕੇ ਲੈ ਕੇ ਚਲੇ ਜਾਣਗੇ। ਅੱਜ ਪੁੱਛੀਏ, ਕਹਿੰਦੇ ਸਾਨੂੰ ਕੀ ਨਹੀਂਗਾ, ਟਾਈਮ ਨਹੀਂਗਾ, ਵਕਤ ਨਹੀਂਗਾ, ਦੁਆ ਕਰਨ ਦਾ ਵਕਤ ਨਹੀਂਗਾ, ਕਲਾਮ ਸੁਣਨ ਦਾ ਵਕਤ ਨਹੀਂਗਾ, ਸੰਗਤੀ ਕਰਨ ਦਾ ਵਕਤ ਨਹੀਂਗਾ, ਪਰਮੇਸ਼ਰ ਦੀ ਤਾਰੀਫ ਕਰਨ ਦਾ ਟਾਈਮ ਹੈ ਨਹੀਂਗਾ। ਤਾਂ ਮੇਰੇ ਸੀਸੋ, ਸਾਨੂੰ ਇਹ ਟਾਈਮ ਤਾਂ ਕਦੀ ਨਿਕਲਣਾ ਹੈ ਹੀ, ਟਾਈਮ ਤਾਂ ਇੱਕ ਦਿਨ ਹੀ ਪੂਰਾ ਹੋਣਾ ਵਾ ਜਿਸ ਦਿਨ ਇਸ ਜਗ੍ਹਾ ਤੋਂ ਚਲੇ ਜਾਣਾ ਹੈ। ਪਰ ਮੇਰੇ ਅਜ਼ੀਜ਼ੋ, ਸਾਨੂੰ ਪਰਮੇਸ਼ਰ ਦੇ ਵਚਨ ਵੱਲ ਦੇਖਣ ਨੂੰ ਮਿਲਿਆ। ਦੇਖਿਆ ਉਹ ਕੁੰਬੜ ਵਾਂਗ ਸੁੱਕੀ ਧਰਤੀ ਤੋਂ ਜੜ ਵਾਂਗੂ ਫੁੱਟ ਕੇ ਬਾਹਰ ਨਿਕਲ ਆਇਆ, ਜਿਹਦਾ ਕੋਈ ਨਾ ਰੂਪ ਤੇ ਨਾ ਕੀ ਸੀਗਾ। ਮੈਂ ਕਵੀ ਕਹਾਣੀ ਸੁਣਾਈ ਦੀ ਆ। ਇੱਕ ਭੈਣ ਸੀਗੀ, ਜਿਹੜੇ 2 ਬੱਚੇ ਸੀਗੇ, ਉਹਦੀ ਝੁੱਗੀ ਨੂੰ ਇੱਕ ਵਾਰੀ ਅੱਗ ਲੱਗ ਗਈ ਤਾਂ ਕੀ ਹੋਇਆ, ਉਹਦੀ ਥੱਲੇ ਅੱਗ ਵੱਜਦੀ ਸੀਗੀ ਤੇ ਇੱਕ ਦੀਵਾਰ ਤੇ ਉਹਨੇ ਪੈਰ ਰੱਖੇ, ਦੂਸਰੀ ਦੀਵਾਰ ਤੇ ਉਹਨੇ ਆਪਣੇ ਹੱਥ ਰੱਖ ਲਏ ਅਤੇ ਦੋਨਾਂ ਬੱਚਿਆਂ ਨੂੰ ਕਹਿਣ ਲੱਗੀ ਆ, ਤੁਸੀਂ ਮੇਰੇ ਉੱਤੋਂ ਦੀ ਲੰਘ ਕੇ ਚਲੇ ਜਾਓ ਤੇ ਤੁਸੀਂ ਬਚਾਏ ਜਾਓ। ਤਾਂ ਕੀ ਹੋਇਆ, ਉਹ ਉੱਤੋਂ ਦੀ ਲੰਘ ਗਏ ਤੇ ਜਿਹੜਾ ਲੰਬ ਸੀਗੀ ਉਹਦੀ ਮਾਂ ਨੂੰ ਪਈ, ਉਹਦਾ ਮੂੰਹ ਝੁਲਸ ਗਿਆ। ਜਦ ਕਿ ਬੱਚੇ ਵੱਡੇ ਹੋਏ ਨੇ ਅਤੇ ਲੋਕ ਉਹਨਾਂ ਨੂੰ ਕੀ ਕਹਿੰਦੇ ਨੇ, ਵੱਧ ਸ਼ਕਲ ਦੇ ਪੁੱਤਰ, ਵੱਧ ਸੂਰਤ ਦੇ ਪੁੱਤਰ। ਛੋਟਿਆਂ ਤੱਕ ਕੋਈ ਵਿਚਾਰ ਨਹੀਂ ਕੀਤੀ। ਜਦੋਂ ਵੱਡੇ ਹੋਏ ਨੇ ਅਤੇ ਆਪਣੀ ਮਾਂ ਦੇ ਕੋਲ ਕਿਰਪਾਨ ਲੈ ਕੇ ਖੜੇ ਹੋ ਗਿਆ, 10 ਮਾਂ ਤੈਨੂੰ ਵੱਧ ਸ਼ਕਲ ਕਿਉਂ ਕਹਿੰਦੇ ਆ, ਵੱਧ ਸੂਰਤ ਕਿਉਂ ਕਹਿੰਦੇ ਆ? ਕਹਿੰਦੇ ਪੁੱਤਰ ਬੈਠ ਜਾਓ,
मैं तुम दस दिया कि मैंने बद शक्ल हो गई है, मैं बद शक्ल बनी कि कहते कि की होया सीगा चुगी अग लग गई सी, तुहानू बचाउण दे वास्ते एक मैं पैर एक दीवार ते रखा, एक हाथ भी दीवार ते रखे, तुहानू अगों दी लगा दिता, पर मैं आप तां चुल सी, पर तुहानू कीता मैं बचा लिया। मां नूं घुट के गल ना लाया, मां तू साडे वास्ते आ कुछ कीता। अज मेरे अजीजो असीं यीशु मसीह देखदे आ, ਉਹਦਾ ਨਾ रूप ते ना की सीगा रूप सीगा, पर ਉਹਦੇ ਵੱਲ ਧਿਆਨ ਦਿੰਦੇ ਹੈ ਨਹੀਂ। ਹਾਲੇਲੂਇਆ 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 ਹਾਲੇਲੂਇਆ। मेरी चीज़ों ध्यान दईए, असीं यीशु मसीह हर वक्त ध्यान दईए। जब असीं प्रार्थना करने वास्ते बैठते हैं, सब के अपने सामने क्रॉस बना लेना बहुत ज़्यादा जरूरी है कि देखो मेरे प्रभु ने मेरे वास्ते की कीता। पढ़िए, ਅਤੇ ਜਦ ਅਸੀਂ ਉਸ ਨੂੰ ਵੇਖੀਏ जब असीं उसनूं वेखीए ਤਾਂ ਕੋਈ तां ਸੁਹਾਪਨ ਉਹਦੇ ਨਹੀਂ मन ते कोई खुशी है आई नहीं सी। हाँ जी, ਭਈ ਅਸੀਂ ਉਸ ਨੂੰ ਪਸੰਦ ਅਸੀਂ ਉਹਨੂੰ ਕਰੀਏ। पसंद करिए। ਉਹ ਤੁਛ सुन लो ध्यान, की गिनया गया तुच्छ। तुच्छ, की गिनया गया तुच्छ। वो मालिक सारी चीज का मालिक, पूरी दुनिया में बनाने वाला, हर जल जंतु बनाने वाला, जमीन आसमान बनाने वाला, नदियां नाले दरिया समुद्र बनाने वाला, अते सारा कुछ तैयार करने वाला की गिनया गया तुच्छ। की गिनया गया तुच्छ गिनया गया। गसमनी बाग दे विच यीशु मसीह ने पहला ही चेले नूं कह दित्ता सीगा, असाली ਨੂੰ ਮਾਰਨਗੇ ਤੇ ਭੇਡਾਂ ਆਪੇ ਭੱਜ ਜਾਣਗੀਆਂ। ਕੀ ਹੋਇਆ ਜਦ ਯਿਸੂ ਨੂੰ ਫੜਨ ਵਾਸਤੇ ਆਏ, ਚੇਲੇ ਬਹਿ ਕੇ ਚਲੇ ਗਏ ਸੀ, ਉਹਦੇ ਨਾਲ ਕੋਈ ਵੀ ਰਿਹਾ ਨਹੀਂ ਸੀ। ਲਿਖਿਆ ਬਾਣੀ 'ਚ ਉਹ ਤੁਛ ਗਿਣਿਆ ਗਿਆ। ਪੜੀਏ, ਅਤੇ ਮਨੁੱਖਾਂ ਵੱਲੋਂ ਤਿਆਗਾ ਹੋਇਆ ਸੀ। ਮਨੁੱਖਾਂ ਵੱਲੋਂ ਉਹਨੂੰ ਚੇਲੇ ਵੀ ਛੱਡ ਕੇ ਭੱਜ ਗਏ। ਮਨੁੱਖਾਂ ਵੱਲੋਂ ਤਿਆਗਿਆ ਹੋਇਆ ਇੱਕ ਦੁਖੀਆ ਮਨੁੱਖ ਇੱਕ ਦੁਖੀਆ ਮਨੁੱਖ, ਸੋਗ ਦਾ ਜਾਣੂ ਸੋਗ ਦਾ ਜਾਣੂ, ਅਤੇ ਉਸ ਵਾਂਗੂ ਉਸ ਵਾਂਗੂ ਜਿਸ ਤੋਂ ਲੋਕ ਮੂੰਹ ਜਿਸ ਤੋਂ ਲਕਾਉਂਦੇ। ਲੋਕ ਮੂੰਹ ਲਕਾਉਂਦੇ ਆ। ਪਤਰਸ ਨੇ ਕਿਹਾ ਸੀਗਾ, ਮੈਨੂੰ ਤੇਰੇ ਨਾਲ ਮਰਨਾ ਵੀ ਕਿਉਂ ਨਾ ਪੈ ਜਾਵੇ, ਸਲੀਬ ਤੋਂ ਉੱਤੇ ਜਾਏ, ਪਰ ਮੈਂ ਤੇਰੇ ਨਾਲ ਹੀ ਰਵਾਂਗਾ। ਤਾਂ ਯਿਸੂ ਨੇ ਉਸੇ ਵੇਲੇ ਕਿਹਾ ਸੀਗਾ, ਪਤਰਸ ਤੂੰ ਅੱਜ ਹੀ ਕੁੱਕੜ ਦੀ ਕਿੰਨ ਵਾਲੀ ਬਾਂਗ ਦੇਣ ਤੋਂ ਪਹਿਲਾਂ ਤੂੰ ਮੇਰਾ ਇਨਕਾਰ। ਹਾਲੇਲੂਇਆ ਹਾਲੇਲੂਇਆ। ਮੇਰੇ ਅਜ਼ੀਜ਼ੋ, ਅੱਜ ਕਈ ਲੋਕ ਇਨਕਾਰ ਕਰਦੇ ਯਿਸੂ ਮਸੀਹ ਤੋਂ, ਕਿ ਕੁਝ ਵਕਤ ਆਵੇਗਾ, ਕੋਈ ਸਮਾਂ ਆਉਣ ਵਾਲਾ ਜੀ। ਮੇਰੇ ਅਜ਼ੀਜ਼ੋ, ਮੈਂ ਤਾਂ ਪਹਿਲਾਂ ਹੀ ਤੁਹਾਨੂੰ ਚੇਤਾਵਨੀ ਦਿੰਦਾ ਵਾ, ਜਿਵੇਂ ਕਿ ਇਸ ਮਾਹੌਲ ਤੋਂ ਪਹਿਲਾਂ ਤੁਹਾਨੂੰ ਚੇਤਾਵਨੀ ਦੇਣੀ ਸੀ ਬਾਣੀ ਦੇ ਮੁਤਾਬਕ। ਅੱਜ ਤੁਸੀਂ ਚੇਤਾਵਨੀ ਦੇਖ ਲਓ, ਹੁਣ ਥੋੜੇ ਸਮੇਂ ਤੱਕ ਮਨੁੱਖਾਂ ਦੇ ਅੰਦਰ ਇੱਕ ਚੇਪ ਹੋਵੇਗੀ। ਇਹ ਕੀ ਹੋਵੇਗੀ? ਚੇਪ ਹੋਵੇਗੀ। ਕੁਝ ਵਕਤ ਆ ਜਾਏਗਾ ਕਿ ਜਿਨੇ ਲੋਕ ਮਸੀਹ ਨੂੰ ਸਹੀ ਢੰਗ ਨਾਲ ਕਬੂਲ ਕਰਦੇ ਨੇ, ਜੋ ਇੱਕ ਸਹੀ ਢੰਗ ਦੀ ਭਗਤੀ ਕਰਦੇ ਹੈਗੇ ਆ, ਉਹਨਾਂ ਨੂੰ ਉਹਨਾਂ ਵਾਸਤੇ ਬਾਜ਼ਾਰਾਂ 'ਚ ਲੈਣ ਦੇਣ ਨਹੀਂ ਕਰਨ ਨਹੀਂ ਦੇਣਗੇ। ਇੱਕ ਵੱਖਰੇ ਬਾਜ਼ਾਰ ਬਣ ਜਾਣਗੇ, ਜਿਨ੍ਹਾਂ ਦੇ ਮੱਥੇ 'ਤੇ ਮੋਹਰ ਲੱਗੀ ਹੋਏਗੀ ਨਾ, ਸ਼ੈਤਾਨ ਦੀ ਮੋਹਰ ਲੱਗੀ ਹੋਵੇਗੀ, ਉਹਨੂੰ ਲੈਣ ਦੇਣ ਕਰਨਗੇ, ਬਾਕੀ ਨੂੰ ਲੈਣ ਦੇਣ ਨਹੀਂ ਕਰਨ ਨਹੀਂ ਦੇਣਗੇ। ਪਰ ਮੇਰੇ ਅਜ਼ੀਜ਼ੋ, ਲਿਖਿਆ ਬਾਣੀ 'ਚ, ਜਿਹੜਾ ਅੰਤੋੜੀ ਸਵੇਗਾ ਸੋ ਬਚਾਇਆ ਜਾਵੇਗਾ। दौड़ मुक्ति दी है ना, है ना, दौड़ का दिया जिंदगी दी दौड़ है। यीशु मसीह भी की देने वास्ते आया सीगा, जान मुक्ति देने वास्ते आया, जिंदगी देने वास्ते आया। पढ़िए, वो कुछ गिनया गया, पर असा ओदी कदर ਨਾ ਕੀਤੀ। असा ओदी कदर नहीं कीती। अज मेरे अजीजो, बाणी च लिखिया वा, जिन्नियां ने ओदी कीती आ कदर, जिन्नियां ने ओदी कीती आ कदर, मतलब कहने का भाव आ, जिन्नियां ने उसको कबूल कर लिया, जिन्नियां ने उसको कर लिया वा, कबूल कर लिया कि यीशु परमेश्वर का पुत्र आ, यीशु मसीह मेरे वास्ते मरिया वा, यीशु मसीह ने मेरे वास्ते खून ने खप लिया, यीशु मसीह ने मेरे वास्ते नीचे झुकाया वा, यीशु मसीह ने मेरे वास्ते पैरां झुकाया, गिर झुकाया, यीशु मसीह ने मेरे वास्ते दुख दिया, ਅਤੇ ਉਹਨਾਂ ਨੇ ਕਦਰ ਕੀਤੀ ਆ। ਤੇ ਉਹਨਾਂ ਨੂੰ ਉਹ ਲਿਖਿਆ ਬਾਣੀ 'ਚ, ਉਹਨੂੰ ਪੁੱਤਰ ਤੇ ਪੰਜਾਬ ਹੋਂਦਾ ਨਹੀਂ ਹੱਕ ਦੇ। ਹਾਲੇਲੂਇਆ 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 ਹਾਲੇਲੂਇਆ। ਉਹ ਕੁਛ ਗਿਣਿਆ ਗਿਆ, ਪਰ ਅਸਾਂ ਉਹਦੀ ਕਦਰ ਨਾ ਕੀਤੀ। ਹਾਲੇਲੂਇਆ। ਅਸਾਂ ਉਹਦੀ ਕਦਰ ਨਹੀਂ ਕੀਤੀ। ਜਿੰਨਾ ਉਹਨਾਂ ਕਦਰ ਕੀਤੀ,
उन्होंने माफी मिल गई। हालेलुया हालेलुया। ਤਾਂ ਮੇਰੇ ਅਜ਼ੀਜ਼ੋ ਕਲਾਮ ਦਾ ਫੈਸਲਾ ਵਾ ਪਰਮੇਸ਼ਰ ਨੂੰ ਸਿਖਾਉਂਦਾ ਵਾ ਅਸੀਂ ਬੱਚੇ ਨੂੰ ਸਿੱਖਣਾ ਬਹੁਤ ਹੈਗਾ। ਪਾਪ ਦੇ ਕਾਰਨ ਹੀ ਕੋਈ ਕੁਛ ਆਇਆ ਸੀਗਾ। ਪਾਪ ਦੇ ਕਾਰਨ ਹੀ ਪਰਲੋ ਆ ਗਈ ਸੀ ਨਾ, ਨੂਹ ਦੇ ਜ਼ਮਾਨੇ 'ਚ ਪਰਲੋ ਆ ਗਈ ਸੀ। ਪਾਪ ਦੇ ਕਾਰਨ ਤੇ ਸਾਰੀ ਕੌਮ ਜੰਗਲ 'ਚ ਬਰਬਾਦ ਹੋ ਗਈ ਸੀ। ਪਾਪ ਦੇ ਕਾਰਨ ਹੀ ਪ੍ਰਭੂ ਸੀ ਪਰਮੇਸ਼ਰ ਨੇ ਧਰਤੀ ਗਈ ਦੁੱਖ ਦਿੰਦੇ ਸੀਗੇ। ਪਾਪ ਦੇ ਕਾਰਨ ਸਦੂਮ ਤੇ ਅਮੂਰਾ ਤੇ ਆਗਾਈ ਨਾਸ਼ ਹੋ ਗਿਆ ਸੀਗਾ। ਮੇਰੇ ਅਜ਼ੀਜ਼ੋ ਕਲਾਮ ਦੀ ਅਸੀਂ ਬੱਚੇ ਨੂੰ ਦੇਖੀਏ ਯਿਸੂ ਮਸੀਹ ਨੇ ਨਿਰਵਾਹ ਕੀਤਾ। ਪਹਿਲੇ ਰੂਪ ਦਿਆ ਉਹ ਸਾਡੇ ਬਾਰ ਨੇ ਸੱਚਮੁੱਚ ਉਸਨੇ ਸਾਡੇ ਗਮ ਚੁੱਕ ਲਏ। ਉਹਨੇ ਸਾਡੇ ਕੀ ਚੁੱਕੇ ਨੇ? ਗਮ ਚੁੱਕ ਲਏ। ਗਮ ਚੁੱਕ ਲਏ ਆ। ਅੱਜ ਹੀ ਮੇਰੇ ਅਜ਼ੀਜ਼ੋ ਜਿਨ੍ਹਾਂ ਨੇ ਮਸੀਹ ਨੂੰ ਕਬੂਲ ਕਰ ਲਿਆ ਵਾ ਉਹਨਾਂ ਨੂੰ ਇਹ ਲੋੜ ਨਹੀਂ ਕਹਿਣ ਦੀ ਮੈਂ ਪਾਪੀ ਹਾਂ। ਕਿਉਂਕਿ ਸਾਡੇ ਚੁੱਕ ਲਿਆ, ਪਾਪ ਚੁੱਕ ਲਿਆ, ਉਹਨੇ ਸਾਡੇ ਗਮ ਚੁੱਕ ਲਏ ਨੇ। ਉਹਨੇ ਆਪਣੇ ਗਮ ਚੋਂ ਸਾਡੇ ਗਮ ਚੁੱਕ ਲਿਆ। ਸਿਧਾਨੀ ਕੋ ਭਾਰੀ ਸਲੀਪ ਕੰਧੇ ਤੇ ਰੱਖੀ ਸੀ, ਸਾਡੇ ਹੋ ਚੁੱਕਿਆ ਸੀ, ਸਾਡੇ ਗਮ ਚੁੱਕ ਲਏ, ਅਰੇ ਸਾਡੇ ਦੁੱਖ ਉਠਾਏ, ਸਾਡੇ ਦੁੱਖ ਉਠਾਏ। ਪਰ ਅਸਾਂ ਉਹਨੂੰ ਮਾਰਿਆ ਹੋਇਆ। ਪਰ ਅਸਾਂ ਨਹੀਂ ਸਮਝਿਆ ਪਰਮੇਸ਼ਰ ਨੇ ਕੁਛ ਗੱਲ ਕੀਤੀ। ਅਸਾਂ ਹੋਰ ਕੁਛ ਸਮਝਿਆ ਇਹਨੇ ਗਲਤੀ ਕੀਤੀ ਹੈ। ਉਹਦੇ ਅੰਦਰ ਕੋਈ ਗਲਤੀ ਹੈ ਹੀ ਨਹੀਂ ਸੀ। ਨਹੀਂ ਸੀਗੀ। ਨਿਰਦੋਸ਼ ਸੀਗਾ, ਨਿਸ਼ਪਾਪ ਸੀਗਾ, ਨਿਸ਼ਕਲੰਕ ਸੀਗਾ। ਉਹਦੇ ਅੰਦਰ ਕੋਈ ਗਲਤੀ ਹੈ ਹੀ ਨਹੀਂ ਸੀਗੀ। ਐਸੋ ਅਸਾਂ ਉਹਨੂੰ ਮਾਰਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਹਾਂਜੀ, ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ। ਸਾਡੀਆਂ ਹੀ ਅਪਰਾਧਾਂ ਲਈ ਕੀਤਾ ਗਿਆ। ਹਾਲੇਲੂਇਆ 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 ਹਾਲੇਲੂਇਆ। ਮੇਰੇ ਅਜ਼ੀਜ਼ੋ ਕਲਾਮ ਜਿਸ ਕਰਤਾ ਵਾ ਪਰਮੇਸ਼ਰ ਦਾ ਕਲਾਮ ਸਾਨੂੰ ਸਿਖਾਉਂਦਾ ਹੈਗਾ ਵਾ। ਸਾਨੂੰ ਇਸ ਬੱਚੇ ਨੂੰ ਸਿੱਖਣ ਦੀ ਕਿਹਾ ਗਿਆ ਜ਼ਰੂਰਤ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਬੱਚੇ ਦੇਖਾਂਗੇ ਇਬਰਾਨੀ ਦੀ ਪੋਥੀ ਦਾ 12 ਅਧਿਆਇ ਉਹਦੀ ਪਹਿਲੀ ਵਰਸਾ। ਉਪਰੰਤ ਜਦੋਂ ਗਵਾਹ ਦੇ ਇੰਨੇ ਵੱਡੇ ਬੱਦਲ ਨੇ ਧਿਆਨ ਦੇਣਾ ਤੁਹਾਨੂੰ ਪਰਮੇਸ਼ਰ ਦਾ ਕਲਾਮ ਗਵਾਹੀ ਦਿੰਦਾ ਵਾ, ਬਚਨ ਦੱਸਦਾ ਹੈਗਾ, ਸਮਝਾਉਂਦਾ ਵਾ ਸਾਨੂੰ ਕੀ ਕਰਨ ਦੀ ਲੋੜ ਹੈਗੀ ਆ। ਜਿਵੇਂ ਮੇਰੇ ਸੀਸੋ ਕਲਾਮ 'ਚ ਲਿਖਿਆ ਵਾ ਜੋ ਅਗਵਾਹਾਂ ਨੇ ਐਡੇ ਵੱਡੇ ਬੱਦਲ ਨੇ ਘੇਰਿਆ ਹੋਇਆ ਵਾ ਤਾਂ ਆਓ ਅਸੀਂ ਵੀ ਹਰੇਕ ਭਾਰ ਹਰੇਕ ਭਾਰ ਨੂੰ ਅਤੇ ਉਸ ਪਾਪ ਨੂੰ ਅਸੀਂ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ, ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਵਾ। ਪਾਪ ਵੀ ਕੇ ਪਾਪ ਨੂੰ ਫਸਾ ਲੈਂਦਾ। ਮੇਰੇ ਅਜ਼ੀਜ਼ੋ ਜਿੱਥੇ ਉਸ ਭਾਰ ਨੂੰ ਇੱਕ ਵਾਰੀ ਇੱਕ ਨੌਜਵਾਨ ਸੀਗਾ, ਉਹਨੇ ਆਪਣੇ ਗਾਲ 'ਚ ਇੱਕ ਮਣਕਣਾ ਪਾਇਆ ਸੀ ਏਡਾ ਮੋਟਾ। ਮੈਂ ਉਹਨੂੰ ਪੁੱਛਿਆ ਪੁੱਤਰ ਇਹ ਕਿਉਂ ਪਾਇਆ ਵਾ? ਕਹਿੰਦਾ ਖੁਸ਼ੀ ਨਾਲ ਪਾਇਆ ਵਾ। ਇਹ ਕਿਹੜਾ ਪਾਪ ਹੈ? ਨਾ ਪਾਪ ਉਹ ਪਾਪ ਤੇ ਨਹੀਂ ਨਾ ਪੁੱਤਰ, ਇਹ ਭਾਰ ਤੇ ਹੈਗਾ ਹੀ ਨਾ। ਕੀ ਹੈਗਾ? ਕੀ ਗੱਲ 'ਚ ਪਾਇਆ? ਭਾਰ ਪਾਇਆ। ਜੇ ਮੱਝ ਦੀ ਗੱਲ ਸੰਗਲ ਪਾਇਆ ਹੋਵੇ ਨਾ, ਮੱਝ ਦੀ ਗੱਲ ਸੰਗਲ ਪਾਇਆ ਹੋਵੇ ਤੇ ਜਿੱਥੇ ਉਹ ਸੰਗਲ ਰੱਖਾਂ ਦਾ ਕੰਨ ਪੈ ਜਾਂਦਾ ਵਾ, ਹੈ ਨਾ ਜੀ? ਹਾਂਜੀ। ਹਾਲੇਲੂਇਆ ਹਾਲੇਲੂਇਆ। ਅੱਜ ਮੇਰੀਆਂ ਭੈਣਾਂ ਕਈ ਇਹਨਾਂ ਨੇ ਤੋਬਾ ਵੀ ਕੀਤੀ ਆ, ਬਪਤਿਸਮਾ ਵੀ ਲਿਆ ਵਾ ਅਤੇ ਸ਼ਰਾਬਾਨੀ ਲੈਂਦੇ ਨੇ ਅਤੇ ਆਪਣੇ ਕੰਨਾਂ 'ਚੋਂ ਆਵਾਜ਼ਾਂ ਕੱਢਦੀਆਂ ਹੀ ਨਹੀਂ। ਉਹ ਪਾਪ ਨਹੀਂ ਤੇ ਭਾਰ ਤੇ ਹੈ ਜੇ ਨਾ। ਹਾਲੇਲੂਇਆ 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 ਹਾਲੇਲੂਇਆ। ਜੋ ਪਾਪ ਨਹੀਂ ਕਹਿੰਦੇ ਸੋਨਾ ਪਾਪ ਨਹੀਂ ਤੇ ਭਾਰ ਤੇ ਹੈ ਹੀ ਨਾ। ਕੀ ਬਰਕੀ ਕਿੰਦਿਆ ਕਿੰਨੀਆਂ ਭੈਣਾਂ ਦੇਖੀਆਂ ਇੱਥੋਂ ਕੰਨ ਟੁੱਟਣਾ ਨਹੀਂ ਗਾ, ਉੱਤੋਂ ਵੇਚ ਦਿੰਦੀਆਂ ਨੇ, ਟੁੱਟਦਾ ਉੱਤੋਂ ਹੋਰ ਗੱਲ ਕਰਨੀਆਂ ਨੇ, ਕਰਦੇ ਕਰਦੇ ਸਾਰਾ ਕੰਨ ਟੁੱਟ ਰੱਬ ਦੀ ਕੀਤੀ ਹੋਈ ਬਣਤ ਉਹਦਾ ਬਣਾਇਆ ਹੋਇਆ ਸਰੂਪ ਇਨਸਾਨ ਨੂੰ ਵਿਗਾੜ ਦਿੰਦਾ ਵਾ। ਤਾਂ ਹਰ ਇੱਕ ਪਾਪ ਦੇ ਭਾਰ ਨੂੰ ਪਰਮੇਸ਼ਰ ਦਾ ਕਲਾਮ ਦਿੱਤਾ। ਜੇ ਅਸੀਂ ਗਵਾਹੀ ਦੇਖੀ ਆ ਕਿ ਯਿਸੂ ਮਸੀਹ ਮੇਰੇ ਵਾਸਤੇ ਮਾਰਿਆ ਗਿਆ ਵਾ, ਮੇਰੇ ਵਾਸਤੇ ਉਹਨੂੰ ਉੱਤੇ ਤਾੜਨਾ ਹੋਈ ਆ, ਮੇਰੇ ਵਾਸਤੇ ਦੁੱਖ ਸਹੇ ਨੇ। ਜੇ ਅਸੀਂ ਇੰਨੀ ਵੱਡੀ ਗਵਾਹੀਆਂ ਦੇਖੀਆਂ ਨੇ, ਫਿਰ ਆਓ ਅਸੀਂ ਹਾਂਜੀ ਉਸ ਪਾਪ ਅਤੇ ਭਾਰ ਨੂੰ ਜਿਹੜਾ ਸਾਨੂੰ ਸਹਿਜ ਨਾਲ ਫਸਾ ਲੈਂਦਾ ਹੈ, ਸਹਿਜ ਨਾਲ ਸਾਨੂੰ ਫਸਾ ਲੈਂਦਾ ਵਾ। ਪਰੇ ਸੁੱਟ ਕੇ ਉਸ ਦੌੜ ਵਿੱਚ ਉਹਨੂੰ ਪਰੇ ਸੁੱਟ ਦਈਏ। ਹਾਲੇਲੂਇਆ ਹਾਲੇਲੂਇਆ। ਹੁਣ ਕਰੀਏ ਪਰੇ ਸੁੱਟ ਦਈਏ, ਨਵੇਂ ਜੀਵਨ ਦੇ ਰਾਹ ਚੱਲੀਏ, ਨਵੇਂ ਜੀਵਨ ਦੇ ਰਾਹ ਚੱਲੀਏ। ਪੁਰਾਣੇ ਸੁਭਾਅ ਨੂੰ ਕੱਢ ਦਈਏ, ਪੁਰਾਣੀਆਂ ਗੱਲਾਂ ਨੂੰ ਵੀ ਕੱਢ ਦਈਏ,
ਪੁਰਾਣੇ ਮਨੁੱਖ ਨੂੰ ਤਿਆਗ ਦੇਈਏ। ਪੁਰਾਣਾ ਮਨੁੱਖ ਸਾਨੂੰ ਸ਼ਾਂਤੀ ਨਹੀਂ ਦੇਣ ਦੇ ਨਾਲ ਦਿੰਦਾ। ਪੁਰਾਣਾ ਮਨੁੱਖ ਸ਼ੈਤਾਨ ਸਾਡੀ ਜ਼ਿੰਦਗੀ 'ਚ ਸਾਨੂੰ ਬਰਬਾਦ ਕਰਦਾ ਸੀਗਾ, ਸਾਡੀ ਜ਼ਿੰਦਗੀ ਨੂੰ ਨਾਸ਼ ਕਰਦਾ ਸੀਗਾ। ਦੇਖਿਆ ਉਹਨੂੰ ਪਰੇ ਸੁੱਟ ਕੇ ਉਸ ਦੌੜ ਵੱਲ ਦੌੜੀਏ ਜਿਹੜੀ ਦੌੜ ਸਾਡੇ ਸਾਹਮਣੇ ਨਹੀਂ ਹੋਈ ਆ ਅਤੇ ਸਲੀਬ ਵੱਲ ਤੱਕ ਦੇ ਰਹੀ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਅਤੇ ਸਲੀਬ ਵੱਲ ਤੱਕਦੇ ਰਹੀਏ ਕਿ ਮੇਰਾ ਯਿਸੂ ਇਸ ਸਲੀਬ ਤੇ ਚੜਿਆ ਸੀਗਾ ਮੇਰੇ ਬਦਲੇ। ਕਿਹਦੇ ਬਦਲੇ? ਮੇਰੇ ਬਦਲੇ। ਕਿਹਦੇ ਬਦਲੇ? ਮੇਰੇ ਬਦਲੇ। ਜੇ ਅਸੀਂ ਇਸ ਦਾ ਧਿਆਨ ਦੇਵਾਂਗੇ ਮੇਰੇ ਅਜ਼ੀਜ਼ੋ, ਮੇਰੇ ਸੀਓ, ਅੱਜ ਅਸੀਂ ਸਲੀਬ ਨੂੰ ਵੇਖਣਾ ਹੈਗਾ ਵਾ। ਸਲੀਬ ਤੇ ਧਿਆਨ ਦੇਣਾ ਕਿਉਂਕਿ ਲਿਖਿਆ ਸਲੀਬ ਦੀ ਕਥਾ ਉਹਨਾਂ ਦੇ ਭਾਣੇ ਜਿਹੜੇ ਨਾਸ਼ ਹੋਏ ਨੇ ਮੂਰਖਤਾਈ ਆ, ਪਰ ਸਾਡੇ ਭਾਣੇ ਜਿਹੜੇ ਬਚਾਏ ਗਏ ਆ ਪਰਮੇਸ਼ਵਰ ਦੀ ਕੀ ਹੈਗੀ ਆ? ਸ਼ਕਤੀ। ਹਾਲੇਲੂਇਆ। ਪਰਮੇਸ਼ਵਰ ਦੀ ਕੀ ਆ? ਸ਼ਕਤੀ ਆ। ਸਲੀਬ ਦੀ ਕਥਾ ਸਲੀਬ ਵੱਲ ਤੱਕੀਏ। ਜਿਹੜਾ ਤੱਕਦੇ ਰਹੀਏ ਸਲੀਬ ਵੱਲ ਤੱਕਦੇ ਰਹੀਏ। ਜਿਹੜਾ ਤੱਕਦੇ ਰਹੀਏ ਸਲੀਬ ਵੱਲ ਤੱਕਦੇ ਰਹੀਏ ਅਤੇ ਸਭ ਕੁਝ ਤਿਆਗ ਦੇਈਏ, ਸਭ ਕੁਝ ਛੱਡ ਦੇਈਏ। ਪੁਰਾਣੀ ਜ਼ਿੰਦਗੀ ਤੋਂ ਸਭ ਗੱਲਾਂ ਤਿਆਗ ਦਈਏ ਕਿਉਂਕਿ ਉਸ ਤਰ੍ਹਾਂ ਇਨਸਾਨ ਕਿਹਦਾ ਬਣਿਆ ਨਹੀਂ ਸਕਦਾ। ਲੂਕਾ ਦੀ 14 ਅਧਿਆਏ ਉਹਦੀ 35 ਵਰਸ ਵਗੇ। ਲੂਕਾ ਦੀ 14 ਅਧਿਆਏ ਉਹਦੀ 33 ਵਰਸ। ਸੋ ਇਸੇ ਤਰ੍ਹਾਂ ਹਾਂ, ਤੁਹਾਡੇ ਵਿੱਚੋਂ ਹਰੇਕ ਤੁਹਾਡੇ ਵਿੱਚੋਂ ਹਰ ਇੱਕ ਜੋ ਆਪਣਾ ਸਭ ਕੁਝ ਨਾ ਤਿਆਗੇ ਆਪਣਾ ਸਭ ਕੁਝ ਨਾ ਤਿਆਗੇ ਤੇ ਉਹ ਮੇਰਾ ਚੇਲਾ ਨਹੀਂ ਹੋ ਸਕਦਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਚੇਲੇ ਨਹੀਂ ਬਣਨਾ ਚਾਹੁੰਦੇ ਅਸੀਂ, ਮੁਕਤੀ ਪ੍ਰਾਪਤ ਕਰਨੀ ਚਾਹੁੰਦੇ ਹਾਂ ਅਸੀਂ, ਸੁਣ ਜਾਣਾ ਚਾਹੁੰਦੇ ਹਾਂ ਅਸੀਂ। ਇਸ ਵੱਡੇ ਤੂਫਾਨ ਅਤੇ 3.5 ਸਾਲ ਦੀ ਕਸ਼ਟ ਤੋਂ ਬਚਣਾ ਵੀ ਚਾਹੁੰਦੇ ਹਾਂ। ਸਭ ਕੁਝ ਕਰਨਾ ਚਾਹੁੰਦੇ ਹਾਂ ਪਰ ਤਿਆਗਦੇ ਨਹੀਂ। ਤਿਆਗਦੇ ਨਹੀਂ। ਕੰਮ ਅਸੀਂ ਉਹੋ ਕਰੀ ਜਾਂਦੇ ਜਿਹੜੇ ਪਹਿਲਾਂ ਕਰਦੇ ਸੀ। ਕੰਮ ਬਦਲਦੇ ਨਹੀਂ ਅਸੀਂ। ਸਾਡਾ ਬੋਲ ਨਹੀਂ ਬਦਲਦਾ, ਸਾਡਾ ਵੇਖਣਾ ਨਹੀਂ ਬਦਲਦਾ, ਸਾਡੀ ਚਾਲ ਨਹੀਂ ਬਦਲਦੀ, ਸਾਡੇ ਕੰਮ ਨਹੀਂ ਬਦਲਦੇ। ਜ਼ਿੰਦਗੀ ਮੰਗਦੇ ਆ, ਮੁਕਤੀ ਮੰਗਦੇ ਆ, ਆਨੰਦ ਮੰਗਦੇ ਆ, ਖੁਸ਼ੀਆਂ ਮੰਗਦੇ ਆ, ਸਭ ਕੁਝ ਮੰਗਦੇ ਆ, ਪਰ ਮੇਰੀ ਚੀਜ਼ੋ ਤਦ ਮਿਲ ਜਾਵੇਗਾ ਸਾਨੂੰ ਕਿ ਆਪਣੇ ਆਪ ਦੀ ਬਦਲੀ ਕਰਨੀ। ਹਾਲੇਲੂਇਆ ਹਾਲੇਲੂਇਆ। ਇਹ ਯਿਸੂ ਮਸੀਹ ਦੀ ਸਲੀਬ ਵੱਲ ਗਏ ਤੱਕਦੇ। ਯਿਸੂ ਮਸੀਹ ਦੀ ਸਲੀਬ ਵੱਲ ਤੱਕਦੇ ਕਿ ਮੇਰੇ ਬਦਲੇ ਦੇਖੋ ਨਾਮ ਸੁਣਿਆ ਹੈਗਾ ਵਾ ਕਿ ਮੇਰੇ ਅਜ਼ੀਜ਼ੋ ਅੱਜ ਦਾ ਦਿਨ ਯਿਸੂ ਮਸੀਹ ਨੇ ਕਿਹਾ ਮੈਂ ਮਨੁੱਖ ਦਾ ਪੁੱਤਰ ਉੱਚਾ